ਕਿਸੇ ਵੀ ਪਾਰਟੀ ਦੇ ਕੋਲੋਂ ਵਿਧਾਨ ਸਭਾ ਦੇ ਵਿੱਚ ਬਹੁਮਤ ਸਾਬਤ ਨਹੀਂ ਹੁੰਦੀ। ਫਿਰ ਕੀ ਹੁੰਦਾ, ਦੋ ਪਾਰਟੀਆਂ ਜਾਂ ਬਾਅਦ ਦੇ ਵਿੱਚ ਆਪਸ ਦੇ ਵਿੱਚ ਅਲਾਇੰਸ ਦੀ ਗੱਲ ਚੱਲਦੀ ਹੈ ਤਾਂ ਪਰ ਉਨੇ ਸਮੇਂ ਦੇ ਲਈ ਜਿਹੜਾ ਰਾਸ਼ਟਰਪਤੀ ਸ਼ਾਸਨ ਹੈ ਉਹ ਲਾਗੂ ਰਹਿੰਦਾ। ਤਾਂ ਉੱਥੇ ਇਦਾਂ ਦੀ ਕੋਈ ਘਟਨਾ ਨਹੀਂ ਵਾਪਰਦੀ। ਉੱਥੇ ਸਿਰਫ ਤੁਸੀਂ ਮੋਟੇ-ਮੋਟੇ ਨੋਟ ਕੀਤੇ ਹੋਣੇ ਕਿ ਤਿੰਨ ਕਾਰਨ ਹੀ ਜ਼ਿੰਮੇਦਾਰ ਰਹਿੰਦੇ ਨੇ। ਜਾਂ ਤਾਂ ਜਿਹੜਾ ਚੁਣੀ ਹੋਈ ਸਰਕਾਰ ਹੈ ਉਹਦਾ ਬਹੁਮਤ ਡਿੱਗ ਜਾਂਦਾ, ਸਰਕਾਰ ਟੁੱਟ ਜਾਂਦੀ ਹੈ, ਫਿਰ ਤੈਅ ਸਮੇਂ ਤੇ ਸਰਕਾਰ ਨਹੀਂ ਬਣਦੀ। ਦੂਸਰਾ, ਜਿਹੜੀਆਂ ਪਾਰਟੀਆਂ ਚੁਣ ਕੇ ਜਦੋਂ ਜਾਂਦੀਆਂ ਨੇ, ਜਦੋਂ ਫਲੋਰ ਦੇ ਉੱਪਰ ਜਾਂਦੀਆਂ ਨੇ, ਵਿਧਾਨ ਸਭਾ ਦੇ ਵਿੱਚ ਬਹੁਮਤ ਨਹੀਂ ਸਾਬਤ ਕਰ ਪਾਉਂਦੀਆਂ ਤੈਅ ਸਮੇਂ ਦੇ ਉੱਪਰ, ਉਦੋਂ ਲੱਗਦਾ। ਤਾਂ ਜਾਂ ਫਿਰ ਜਦੋਂ ਚੋਣ ਕਮਿਸ਼ਨ ਕਹਿੰਦਾ ਕਿ ਇਸ ਰਾਜ ਦੇ ਵਿੱਚ ਫਿਲਹਾਲ ਚੋਣਾਂ ਨਹੀਂ ਹੋ ਸਕਦੀਆਂ ਪਰ ਸੰਵਿਧਾਨਕ ਤੌਰ ਤੇ ਉਸ ਰਾਜ ਸਰਕਾਰ ਦੀ ਜਿਹੜੀ ਮਿਆਦ ਹੈ ਉਹ ਖਤਮ ਹੋ ਰਹੀ ਹੈ, ਤਾਂ ਉੱਥੇ ਜਿਹੜਾ ਰਾਸ਼ਟਰਪਤੀ ਰਾਜ ਹੈ ਲਾਗੂ ਹੁੰਦਾ। ਚੋਣ ਕਮਿਸ਼ਨ 6 ਮਹੀਨਿਆਂ ਦੇ ਲਈ ਜਾਂ ਸਾਲ ਦੇ ਲਈ ਜਿਹੜਾ ਸਮਾਂ ਮੰਗਦਾ ਵੀ ਇੰਨੇ ਸਮੇਂ ਤੱਕ ਇੱਥੇ ਹਾਲਾਤ ਨੇ ਜਿਹੜੇ ਉਹ ਠੀਕ ਨਹੀਂ ਹੈਗੇ। ਤਾਂ ਉਸ ਤੋਂ ਬਾਅਦ ਸੋਚਣ ਵਾਲੀ ਗੱਲ ਇਹ ਹੈ ਕਿ ਬਹੁਤ ਕੁਝ ਹੋਇਆ ਦੇਸ਼ ਦੇ ਵਿੱਚ ਸਮੇਂ-ਸਮੇਂ ਦੇ ਵਿੱਚ, ਪਰ ਦੰਗੇ ਵੀ ਹੁੰਦੇ ਰਹੇ। ਪਿਛਲੇ ਲੇਟੈਸਟ ਤੁਸੀਂ ਦੇਖੋ ਤਾਂ CAA ਤੇ NRC ਦੇ ਅੰਦੋਲਨ ਦੇ ਦੌਰਾਨ ਦਿੱਲੀ ਦੇ ਵਿੱਚ ਦੰਗੇ ਹੋਏ। ਕੀ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋਇਆ? ਗੁਜਰਾਤ ਦੇ ਵਿੱਚ ਦੰਗੇ ਹੋਏ। ਕੀ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋਇਆ? ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਬਹੁਤ-ਬਹੁਤ ਸਾਰਿਆਂ ਦਾ। ਮੈਂ ਹਾਂ ਮਨਪ੍ਰੀਤ ਸਿੰਘ। ਇਸ ਵਕਤ ਤੁਸੀਂ ਨਿਰਪੱਖ ਪੋਸਟ ਦੇਖ ਰਹੇ ਹੋ ਔਰ ਕੱਲ੍ਹ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ, ਜਿਹੜੀਆਂ ਕੱਲ੍ਹ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀਆਂ ਘਟਨਾਵਾਂ ਨੇ, ਉਹਨਾਂ ਨੂੰ ਜਦੋਂ ਲੜੀਵਾਰ ਦੇਖਦੇ ਹਾਂ ਤਾਂ ਬੜੀ ਸਮਝਣ ਦੀ ਲੋੜ ਹੈ। ਜਦੋਂ ਪੰਜਾਬ ਆਉਂਦੇ ਨੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਕਿਸਾਨ ਯੂਨੀਅਨਸ ਉਹਨਾਂ ਦਾ ਜਿਹੜਾ ਵਿਰੋਧ ਕਰ ਰਹੀਆਂ ਸੀਗੀਆਂ ਔਰ ਉਹਨਾਂ ਨੂੰ ਇੱਕ ਪੁਲ ਦੇ ਉੱਪਰ ਜਿਹੜਾ 15 ਤੋਂ 20 ਮਿੰਟ ਇੰਤਜ਼ਾਰ ਕਰਕੇ ਵਾਪਸ ਪਰਤਣਾ ਪੈਂਦਾ ਬਠਿੰਡਾ 에ਅਰਪੋਰਟ ਤੋਂ ਔਰ ਉਸ ਤੋਂ ਬਾਅਦ ਸਿੱਧਾ ਉਹ ਦਿੱਲੀ ਦੇ ਲਈ ਰਵਾਨਾ ਹੁੰਦੇ ਨੇ। ਪਰ ਇਸ ਦਰਮਿਆਨ ਉਹਨਾਂ ਦਾ ਇੱਕ ਬਿਆਨ ਜਿਹੜਾ ਉਹ ਬਹੁਤ ਅਹਿਮੀਅਤ ਰੱਖਦਾ ਹੈ। ਉਹ ਕਹਿ ਕੇ ਜਾਂਦੇ ਨੇ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਕਹੋ ਕਿ ਮੈਂ ਜਿਉਂਦਾ ਵਾਪਸ ਆ ਗਿਆ। ਤਾਂ ਉਸ ਤੋਂ ਬਾਅਦ ਇਹ ਖਬਰ ਚੱਲੀ, ਪਹਿਲਾਂ ਮੌਸਮ ਦੀ ਕਿਹਾ ਜਾ ਰਿਹਾ ਸੀ ਕਿ ਮੌਸਮ ਦੀ ਵਜ੍ਹਾ ਕਰਕੇ ਉਹ ਨਹੀਂ ਆਉਣਗੇ ਰੈਲੀ ਦੇ ਵਿੱਚ, ਤਾਂ ਬਾਅਦ ਦੇ ਵਿੱਚ ਜਿਹੜੀ ਖਬਰ ਹੈ ਉਹ ਸਿਕਿਉਰਿਟੀ ਲੈਪਸ ਦੀ ਬਣ ਗਈ, ਜਿਹੜੀ ਸੁਰੱਖਿਆ ਕਾਰਨਾਂ ਦੀ ਬਣ ਗਈ ਜਦੋਂ ਉਹਨਾਂ ਦਾ ਇਹ ਬਿਆਨ ਆਉਂਦਾ। ਤਾਂ ਉਸ ਤੋਂ ਬਾਅਦ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਸਟੇਟਮੈਂਟਾਂ ਦਿੰਦੇ ਨੇ, ਚਾਹੇ ਅਰਵਿੰਦ ਕੇਜਰੀਵਾਲ ਹੋਣ ਜਾਂ ਭਗਵੰਤ ਮਾਨ, ਤਾਂ ਉਹ ਸਵਾਲ ਚੱਕਦੇ ਨੇ ਜਿਹੜੀ ਕਾਨੂੰਨ ਦੀ ਵਿਵਸਥਾ ਹੈਗੀ ਆ ਪੰਜਾਬ ਦੇ ਵਿੱਚ ਉਹ ਸਹੀ ਨਹੀਂ ਹੈਗੀ। ਬੀਜੇਪੀ ਕੱਲ੍ਹ ਤੋਂ ਹੀ ਚੱਕ ਰਹੀ ਹੈ ਔਰ ਅੱਜ ਵੀ ਬੀਜੇਪੀ ਪ੍ਰੈਸ ਕਾਨਫਰੰਸ ਕਰਦੀ ਹੈ ਔਰ ਗਵਰਨਰ ਨੂੰ ਜਿਹੜਾ ਮੰਗ ਪੱਤਰ ਵੀ ਦੇਣ ਬੀਜੇਪੀ ਨੇ ਜਾਣਾ ਹੈ। ਤਾਂ ਇਸ ਦੇ ਨਾਲ ਹੀ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਨਾਲ ਮੁਲਾਕਾਤ ਕਰਦੇ ਨੇ, ਉਹ ਵੀ ਬੜੀ ਅਹਿਮ ਹੈ। ਔਰ ਇਸ ਦਰਮਿਆਨ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਜਿਹੜੀਆਂ ਖਬਰਾਂ ਜਾਂ ਜਿਹੜੀਆਂ ਕਹਿ ਲਓ ਕਿ ਅਫਵਾਹਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਸਾਰੀਆਂ ਫੈਲ ਜਾਂਦੀਆਂ ਨੇ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇਗਾ। ਇਹ ਵੱਡਾ ਸਵਾਲ ਉੱਠ ਰਿਹਾ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗ ਸਕਦਾ, ਪਰ ਕਿਹੜੇ ਹਾਲਾਤ ਨੇ ਜਿਹੜੇ ਰਾਸ਼ਟਰਪਤੀ ਰਾਜ ਲੱਗਣ ਦੇ ਲਈ ਜ਼ਰੂਰੀ ਹੁੰਦੇ ਨੇ, ਅਸੀਂ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ। ਅਫਵਾਹਾਂ ਤੋਂ ਔਰ ਇਹਨਾਂ ਤੋਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਜਾਣਕਾਰੀ ਲਗਾਤਾਰ ਫੈਲ ਰਹੀ ਹੈ ਉਹਦੇ ਤੋਂ ਸੁਚੇਤ ਰਹਿਣ ਦੀ ਜਿਹੜੀ ਲੋੜ ਹੈ। ਉਸ ਦੇ ਨਾਲ ਹੀ ਇੱਕ ਗੱਲ ਹੋਰ ਹੈ ਕਿ ਪ੍ਰਧਾਨ ਮੰਤਰੀ ਦਾ ਵਿਰੋਧ ਸਿਰਫ ਕਿਸਾਨ ਕਰ ਰਹੇ ਸਨ। ਕਿਸਾਨੀ ਝੰਡੇ ਦੇ ਵਿੱਚ ਜਿਹੜੇ ਲੋਕ ਆਏ ਸੀ ਉਹ ਕਹਿ ਰਹੇ ਸੀ ਸ਼ਾਂਤਮਈ ਕਰ ਰਹੇ ਸੀ ਔਰ ਜੇ ਪ੍ਰਧਾਨ ਮੰਤਰੀ ਨੇ ਇੱਥੋਂ ਲੰਘਣਾ ਵੀ ਹੁੰਦਾ ਸੜਕ ਦੇ ਉੱਪਰੋਂ, ਸਾਨੂੰ ਪਤਾ ਹੁੰਦਾ, ਸਾਨੂੰ ਸਹੀ ਜਾਣਕਾਰੀ ਦਿੱਤੀ ਹੁੰਦੀ ਤਾਂ ਅਸੀਂ ਉਹਨਾਂ ਨੂੰ ਰਸਤਾ ਵੀ ਛੱਡ ਦੇਣਾ ਸੀਗਾ। ਸਾਡਾ ਵਿਰੋਧ ਆ ਜਿਹੜਾ ਉਹ ਸ਼ਾਂਤਮਈ ਸੀ। ਬਹੁਤ ਸਾਰੀਆਂ ਯੂਨੀਅਨਸ ਇਹ ਕਹਿ ਰਹੀਆਂ, ਖਾਸ ਤੌਰ ਤੇ BKU ਕ੍ਰਾਂਤੀਕਾਰੀ ਹੋਵੇ, ਜਿਹੜੀ ਜਿਸ ਰਸਤੇ ਤੇ ਪ੍ਰਧਾਨ ਮੰਤਰੀ ਵਾਪਸ ਜਾਂਦੇ ਨੇ ਉੱਥੇ BKU ਕ੍ਰਾਂਤੀਕਾਰੀ ਦੇ ਅੱਗੇ ਜਿਹੜਾ ਪ੍ਰੋਟੈਸਟ ਆ ਉਹ ਚੱਲ ਰਿਹਾ ਸੀਗਾ। ਤਾਂ ਹੁਣ ਜਿਹੜੀ ਮੁੱਕਦੀ ਤੇ ਅਹਿਮ ਗੱਲ ਇਹ ਹੈ ਕਿ ਕਿਹੜੇ ਹਾਲਾਤ ਉਹ ਨੇ ਕਿ ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਹੈ ਜਿਹੜਾ ਉਹ ਲੱਗ ਸਕਦਾ, ਉਹਨਾਂ ਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਇਹ ਵੀ ਤੁਹਾਨੂੰ ਦੱਸਾਂਗੇ ਕਿੰਨਾ ਰਾਜਾਂ ਦੇ ਵਿੱਚ ਹੁਣ ਤੱਕ ਲੱਗਿਆ, ਉਹਦੇ ਕਾਰਨ ਕੀ ਰਹੇ, ਕਿਹੜੇ ਹਾਲਾਤ ਨੇ ਜਿਹੜੇ ਜ਼ਰੂਰੀ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਰਾਸ਼ਟਰਪਤੀ ਸ਼ਾਸਨ ਆ, ਸਿੱਧੇ ਤੌਰ ਤੇ ਜਦੋਂ ਰਾਸ਼ਟਰਪਤੀ ਸ਼ਾਸਨ ਲੱਗਦਾ ਤਾਂ ਜਿਹੜਾ ਪੰਜਾਬ ਦੀ ਸਰਕਾਰ ਹੈ ਜਾਂ ਜਿਹੜੀ ਸਟੇਟ ਦੀ ਸਰਕਾਰ ਹੈ ਜਿਹੜਾ ਉਹਦਾ ਪ੍ਰਬੰਧ ਹੈ ਉਹ ਕੇਂਦਰ ਦੇ ਅਧੀਨ ਚਲਾ ਜਾਂਦਾ। ਇਹ ਰਾਸ਼ਟਰਪਤੀ ਸ਼ਾਸਨ ਦੇ ਲਈ ਜ਼ਰੂਰੀ ਹੈ। ਰਾਸ਼ਟਰਪਤੀ ਇਹ ਜ਼ਰੂਰੀ ਬਣਾਉਣ ਕਿ ਉਹ ਜਿਹੜਾ ਮੀਟਿੰਗ ਕਰਨਗੇ ਕੇਂਦਰੀ ਕੈਬਨਿਟ ਦੇ ਨਾਲ, ਤਾਂ ਉੱਥੋਂ ਹੀ ਸਹਿਮਤੀ ਬਣੇਗੀ ਕਿ ਇਸ ਰਾਜ ਦੇ ਵਿੱਚ ਜਿਹੜੇ ਰਾਸ਼ਟਰਪਤੀ ਸ਼ਾਸਨ ਦੀ ਜ਼ਰੂਰਤ ਹੈ। ਤਾਂ ਕਿਹੜੇ ਕਾਰਨ ਜਿਨ੍ਹਾਂ ਕਰਕੇ ਜਿਹੜਾ ਰਾਜ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ, ਤਾਂ ਸਭ ਤੋਂ ਪਹਿਲਾਂ ਜਿਹੜੀ ਲਗਾਤਾਰ ਬਹੁਤ ਸਾਰੀਆਂ ਰਿਪੋਰਟਸ ਨੇ ਜਿਹਨੀਆਂ ਉਹ ਰੀਡ ਕਰਕੇ ਤੁਹਾਡੇ ਤੱਕ ਇਹ ਜਾਣਕਾਰੀ ਲੈ ਕੇ ਆਏ ਹਾਂ। ਤਾਂ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਉਸ ਰਾਜ ਦੇ ਵਿੱਚ ਰਾਸ਼ਟਰਪਤੀ ਨੂੰ ਜਦੋਂ ਇਹ ਅਹਿਸਾਸ ਹੁੰਦਾ ਕਿ ਜਿਹੜੀ ਰਾਜ ਦੀ ਸਰਕਾਰ ਹੈ ਜਾਂ ਰਾਜ ਦਾ ਮੁਖੀ ਹੈ ਉਹ ਸੰਵਿਧਾਨਕ ਤੌਰ ਤੇ ਸਰਕਾਰ ਚਲਾਉਣ ਦੇ ਵਿੱਚ ਅਸਫਲ ਹੋ ਗਿਆ, ਤਾਂ ਉੱਥੇ ਰਾਸ਼ਟਰਪਤੀ ਸ਼ਾਸਨ ਹੈ ਜਿਹੜਾ ਲਾਗੂ ਕੀਤਾ ਜਾਊਗਾ। ਬਾਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਦੀ ਸਰਕਾਰ ਜਾਂ ਕਾਨੂੰਨ ਦੀ ਵਿਵਸਥਾ ਆਮ ਲੋਕਾਂ ਦੇ ਲਈ ਕਿਸ ਤਰ੍ਹਾਂ ਦੀ ਹੈ, ਕੀ ਜਿਹੜੇ ਮੌਜੂਦਾ ਹਾਲਾਤ ਨੇ ਇਸ ਕਾਰਨ ਦੇ ਲਈ ਢੁਕਵੇਂ ਬੈਠਦੇ ਨੇ। ਤਾਂ ਦੂਜਾ ਕਾਰਨ ਜਿਹੜਾ ਹੈਗਾ ਰਾਸ਼ਟਰਪਤੀ ਸ਼ਾਸਨ ਦਾ ਉਹ ਇਹ ਹੈ ਕਿ ਜਦੋਂ ਕੋਈ
ਮੁੱਖ ਮੰਤਰੀ ਬਣਨਾ ਹੁੰਦਾ ਹੈ, ਆਮ ਚੁਣਾਵ ਹੁੰਦੇ ਨੇ, ਵਿਧਾਨ ਸਭਾ ਅਸੈਂਬਲੀ ਦੀਆਂ ਚੋਣਾਂ ਹੁੰਦੀਆਂ ਨੇ, ਤਾਂ ਉਦੋਂ ਹਰ ਪਾਰਟੀ ਦੇ ਲਈ ਇੱਕ ਜਿਹੜਾ ਬਹੁਮਤ ਆ ਉਹ ਨਿਯਤ ਕੀਤਾ ਹੁੰਦਾ ਕਿ ਇੰਨੀਆਂ ਸੀਟਾਂ ਜਿਹੜੀਆਂ ਆਉਣਗੀਆਂ ਤਾਂ ਇੱਕ ਪਾਰਟੀ ਦੇ ਕੋਲੇ ਪੂਰਾ ਬਹੁਮਤ ਹੋਊਗਾ। ਤਾਂ ਪਰ ਤੁਸੀਂ ਦੇਖਿਆ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਜਿਹੜੀਆਂ ਅਲਾਇੰਸ ਦੀਆਂ ਸਮਝੌਤੇ ਦੀਆਂ ਸਰਕਾਰਾਂ ਜਿਹੜੀਆਂ ਬਣਦੀਆਂ ਨੇ, ਬਾਅਦ ਦੇ ਵਿੱਚ ਜਿਹੜਾ ਸਮਝੌਤਾ ਹੋ ਜਾਂਦਾ, ਅਲਾਇੰਸ ਹੋ ਜਾਂਦਾ। ਇਸ ਦਰਮਿਆਨ ਜੇ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਜਿਹੜਾ ਰਾਜਪਾਲ ਹੈ ਇੱਕ ਨਿਰਧਾਰਿਤ ਸਮਾਂ ਦਿੰਦਾ ਸਾਰਿਆਂ ਨੂੰ ਕਿ ਤੁਸੀਂ ਇੰਨਾ ਸਮਾਂ ਲੈ ਲਓ ਔਰ ਇੰਨੇ ਸਮੇਂ ਦੇ ਵਿੱਚ ਤੁਸੀਂ ਆਪਣਾ ਬਹੁਮਤ ਸਪਸ਼ਟ ਕਰੋ। ਜਿਹੜੇ ਪੰਜਾਬ ਦਾ ਰਾਜਪਾਲ ਹੋਊਗਾ ਤਾਂ ਜੇ ਬਹੁਮਤ ਸਪਸ਼ਟ ਕਰ ਦਿੱਤਾ ਜਾਂਦਾ, ਬਹੁਮਤ ਸਾਬਿਤ ਕਰ ਦਿੱਤਾ ਜਾਂਦਾ ਦੂਜੀਆਂ ਪਾਰਟੀਆਂ ਦੇ ਵੱਲੋਂ, ਜਿਹੜੀ ਵੀ ਪਾਰਟੀ ਨੇ ਆਪਣਾ ਮੁੱਖ ਮੰਤਰੀ ਬਣਾਉਣਾ ਜਾਂ ਜਿਹਨੇ ਆਪਣੀ ਸਰਕਾਰ ਬਣਾਉਣੀ ਉਹਨੇ ਸਮੇਂ ਦੇ ਵਿੱਚ, ਤਾਂ ਜਿਹੜਾ ਪ੍ਰੈਜ਼ੀਡੈਂਟ ਰੂਲ ਆ ਉਹ ਨਹੀਂ ਲਾਗੂ ਹੁੰਦਾ। ਪ੍ਰੈਜ਼ੀਡੈਂਟ ਰੂਲ ਤਾਂ ਲਾਗੂ ਹੋਏਗਾ ਜੇ ਉਹਨੇ ਸਮੇਂ ਦੇ ਵਿੱਚ ਜਿਹੜਾ ਬਹੁਮਤ ਸਾਬਿਤ ਨਾ ਕੀਤਾ ਜਾਊਗਾ ਔਰ ਉਸ ਤੋਂ ਵੱਧ ਸਮਾਂ ਨਿਕਲ ਜੂਗਾ, ਫਿਰ ਵੀ ਪਾਰਟੀਆਂ ਜਿਹੜਾ ਕਿਸੇ ਸਮਝੌਤੇ ਤੇ ਨਹੀਂ ਆਉਣਗੀਆਂ ਇਲੈਕਸ਼ਨਾਂ ਤੋਂ ਬਾਅਦ, ਤਾਂ ਫਿਰ ਜਿਹੜਾ ਪ੍ਰੈਜ਼ੀਡੈਂਟ ਰੂਲ ਆ ਉਹ ਲਾਗੂ ਕਰ ਦਿੱਤਾ ਜਾਊਗਾ। ਉੱਥੇ ਹੀ ਜਿਹੜਾ ਦੂਜੇ ਕਾਰਨ ਦੀ ਗੱਲ ਕਰਾਂਗੇ, ਜਦੋਂ ਮੁੱਖ ਮੰਤਰੀ ਚੁਣਨਾ ਹੁੰਦਾ ਕਿਸੇ ਵੀ ਸਿਆਸੀ ਪਾਰਟੀ ਨੇ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਉਦਾਹਰਨ ਦੇਖ ਲਓ, ਕੈਪਟਨ ਅਮਰਿੰਦਰ ਸਿੰਘ ਜਿਹੜਾ ਅਸਤੀਫਾ ਦਿੰਦੇ ਨੇ, ਪੰਜਾਬ ਦੀ ਵਿਧਾਨ ਸਭਾ ਇੱਕ ਵਾਰ ਜਿਹੜੀ ਖਾਰਜ ਹੋ ਜਾਂਦੀ ਹੈ, ਮਾਫ ਕਰਨਾ, ਜਿਹੜਾ ਸੀਐਮ ਨਹੀਂ ਰਹਿ ਜਾਂਦਾ ਸਰਕਾਰ ਦੇ ਕੋਲੇ, ਤਾਂ ਜੋ ਸੰਵਿਧਾਨਕ ਤੌਰ ਤੇ ਜ਼ਰੂਰੀ ਹੈ, ਤਾਂ ਫਿਰ ਕੀ ਹੁੰਦਾ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇੱਕ ਲਿਮਟਿਡ ਟਾਈਮ ਮਿਲਦਾ ਜਦੋਂ ਉਹ ਬਣਦੇ ਨੇ, ਤਾਂ ਪਰ ਕਾਂਗਰਸ ਨੂੰ ਇੱਕ ਪਾਰਟੀ ਨੂੰ ਇੱਕ ਟਾਈਮ ਮਿਲਦਾ ਕਿ ਉਹ ਆਪਣੇ ਜਿਹੜਾ ਬਹੁਮਤ ਆ ਉਹ ਜਿਹੜਾ ਰਾਜਪਾਲ ਕੋਲੇ ਸਪਸ਼ਟ ਕਰੇ, ਵਿਧਾਨ ਸਭਾ ਦੇ ਵਿੱਚ ਸਪਸ਼ਟ ਕਰੇ। ਤਾਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਐਮਐਲਏ ਇਕੱਠੇ ਹੋ ਕੇ ਜਾਂਦੇ ਨੇ, ਤਾਂ ਉਹਨਾਂ ਦੇ ਵਿੱਚੋਂ ਇਹ ਕਾਰਨ ਹੈ ਕਿ ਉਹ ਰਾਜਪਾਲ ਦੇ ਕੋਲੇ ਮਿਲਦੇ ਨੇ ਔਰ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਦੇ ਨੇ, ਜਾਂ ਕਹਿ ਲਓ ਕਿ ਬਹੁਮਤ ਸਾਬਤ ਕਰਦੇ ਨੇ ਕਿ ਸਾਡੇ ਕੋਲੇ ਜਿਹੜਾ ਪੂਰਾ ਬਹੁਮਤ ਹੈ ਸਰਕਾਰ ਬਣਾਉਣ ਦੇ ਲਈ ਔਰ ਅਸੀਂ ਸਰਕਾਰ ਦੇ ਲਈ ਯੋਗ ਹਾਂ। ਤਾਂ ਦੁਬਾਰਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ। ਹਾਲਾਂਕਿ ਜਿਹੜੀ ਚਰਚਾ ਬਹੁਤ ਸਾਰੇ ਨਾਵਾਂ ਤੇ ਚੱਲਦੀ ਉਹ ਇੱਕ ਅਲੱਗ ਵਿਸ਼ਾ, ਪਰ ਉਹਨੇ ਸਮੇਂ ਦੇ ਵਿੱਚ ਜਿਹੜੇ ਗਵਰਨਰ ਨੂੰ ਮਿਲਦੇ ਨੇ ਉਹ 24 ਘੰਟੇ ਜਾਂ 48 ਘੰਟੇ ਜਾਂ 3 ਦਿਨ ਦਾ ਵੀ ਜਿਹੜਾ ਵੀ ਸਮਾਂ ਗਵਰਨਰ ਤੈਅ ਕਰਦਾ ਉਸ ਤੋਂ ਦੀ ਸਥਿਤੀ ਦੇ ਹਿਸਾਬ ਨਾਲ, ਉੱਥੋਂ ਦੇ ਹਾਲਾਤਾਂ ਦੇ ਹਿਸਾਬ ਨਾਲ, ਤਾਂ ਉਸ ਸਮੇਂ ਦੇ ਵਿੱਚ ਜਿਹੜਾ ਬਣਦਾ। ਤਾਂ ਅਗਲਾ ਜਿਹੜੇ ਕਾਰਨ ਨੇ ਰਾਸ਼ਟਰਪਤੀ ਸ਼ਾਸਨ ਦੇ, ਜਦੋਂ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਹੋਵੇ, ਚਾਹੇ ਮਹਾਰਾਸ਼ਟਰ ਦੇ ਵਿੱਚ ਤੁਸੀਂ ਦੇਖਿਆ ਜਿਹੜੀਆਂ ਪਿਛਲੀਆਂ ਆਮ ਚੋਣਾਂ ਹੋਈਆਂ ਉੱਥੇ ਵੀ ਗੱਠਜੋੜ ਦੀ ਜਿਹੜੀ ਸਰਕਾਰ ਬਣੀ ਹੈ, ਪਰ ਉੱਥੇ ਰਾਸ਼ਟਰਪਤੀ ਰਾਜ ਲੱਗ ਗਿਆ ਸੀਗਾ ਕਿਉਂਕਿ ਉਹਨਾਂ ਨੇ ਤੈਅ ਸਮੇਂ ਦੇ ਵਿੱਚ ਜਿਹੜਾ ਮੁੱਖ ਮੰਤਰੀ ਜਾਂ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਪੇਸ਼ ਕੀਤਾ ਸੀਗਾ, ਬਹੁਮਤ ਜਿਹੜਾ ਸਾਬਤ ਆ ਉਹ ਨਹੀਂ ਕੀਤਾ ਸੀਗਾ। ਤਾਂ ਇਸ ਦਰਮਿਆਨ ਕੀ ਹੁੰਦਾ ਕਿ ਜਿਹੜਾ ਇਹ ਕਾਰਨ ਇਹ ਹੈ ਕਿ ਜਦੋਂ ਪਾਰਟੀਆਂ ਦਾ ਗੱਠਜੋੜ ਹੁੰਦਾ ਵੀ ਹੈ, ਚਾਹੇ ਜਿਹੜਾ ਸਪੋਜ਼ ਕਰੋ ਕਿ ਜਿਹੜਾ ਪਿਛਲੀ ਦਿੱਲੀ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਦਾ ਕਾਂਗਰਸ ਦੇ ਨਾਲ ਗੱਠਜੋੜ ਹੋਇਆ ਸੀਗਾ ਤਾਂ ਉਦੋਂ ਸਰਕਾਰ ਭੰਗ ਹੋਈ ਸੀਗੀ। ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜਾ ਕਾਂਗਰਸ ਦੇ ਨਾਲ ਸਮਝੌਤਾ ਕਰਕੇ ਜਿਹੜਾ ਸੀਐਮ ਦਿੱਲੀ ਦੇ ਬਣੇ ਸੀਗੇ, ਤਾਂ ਕੁਝ ਸਮੇਂ ਦੇ ਲਈ ਉਦੋਂ ਬਾਅਦ ਉੱਥੇ ਵੀ ਜਿਹੜਾ ਰਾਸ਼ਟਰਪਤੀ ਸ਼ਾਸਨ ਆ ਉਹ ਲਾਗੂ ਹੋਇਆ ਸੀਗਾ। ਹੋਰ ਵੀ ਬਹੁਤ ਸਾਰੀਆਂ ਸਟੇਟਾਂ ਨੇ ਇਹੋ ਜਿਹੀਆਂ ਉਦਾਹਰਨਾਂ ਨੇ, ਅੱਗੇ ਜਾ ਕੇ ਗੱਲ ਕਰਾਂਗੇ। ਤਾਂ ਉੱਥੇ ਰਾਸ਼ਟਰਪਤੀ ਸ਼ਾਸਨ ਲੱਗਦਾ ਜਿੱਥੇ ਗੱਠਜੋੜ ਟੁੱਟ ਜਾਂਦਾ। ਮਤਲਬ ਇਹ ਹੈ ਕਿ ਸਧਾਰਨ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਇੱਕ ਪਾਰਟੀ ਕੋਲੇ 30 ਸੀਟਾਂ ਨੇ ਔਰ ਇੱਕ ਪਾਰਟੀ ਕੋਲੇ ਜਿਹੜੀਆਂ ਨੇ 20 ਸੀਟਾਂ ਨੇ। ਬਹੁਮਤ ਸਾਬਤ ਕਰਨ ਦੇ ਲਈ ਜਿਹੜਾ 50 ਸੀਟਾਂ ਚਾਹੀਦੀਆਂ ਨੇ। ਦੋ ਪਾਰਟੀਆਂ ਨੇ ਆਪਣੇ ਦੇ ਵਿੱਚ ਸਮਝੌਤਾ ਕਰ ਲਿਆ ਔਰ ਦੋ ਪਾਰਟੀਆਂ ਨੇ ਸਮਝੌਤਾ ਕੀਤਾ, ਤਾਂ ਅਚਾਨਕ ਸਾਲ 2 ਸਾਲ ਬਾਅਦ ਸਰਕਾਰ ਚੱਲੀ, ਅਸਹਿਮਤੀਆਂ ਹੋ ਜਾਂਦੀਆਂ ਨੇ, ਤਾਂ ਕਿਸੇ ਪਾਰਟੀ ਦੇ 5 ਐਮਐਲਏ ਵੀ, ਚਾਹੇ ਦੂਸਰੀ ਜਿਹਦੇ ਘੱਟ ਐਮਐਲਏ ਸੀਗੇ ਉਹ 5 ਐਮਐਲਏ ਵੀ ਚਲੇ ਜਾਂਦੇ ਨੇ, ਸਮਰਥਨ ਆਪਣਾ ਵਾਪਸ ਲੈਂਦੇ ਨੇ, ਤਾਂ ਜਿਹੜੀ ਪਾਰਟੀ ਆ ਉਹਦੇ ਕੋਲੇ ਵਿਧਾਨ ਸਭਾ ਦੇ ਵਿੱਚ ਬਹੁਮਤ ਨਹੀਂ ਰਹਿ ਜਾਂਦਾ। ਤਾਂ ਉਸ ਵਕਤ ਵੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜੀ ਸਰਕਾਰ ਭੰਗ ਹੋ ਜਾਂਦੀ ਹੈ। ਫਿਰ ਰਾਜਪਾਲ ਦੇ ਵੱਲੋਂ ਟਾਈਮ ਦਿੱਤਾ ਜਾਂਦਾ ਕਿ ਜਿਹੜੀ ਪਾਰਟੀ ਵੀ ਬਹੁਮਤ ਜਿਹੜਾ ਫਲੋਰ ਤੇ ਆ ਕੇ ਸਾਬਤ ਕਰਨਾ ਚਾਹੁੰਦੀ ਹੈ ਤਾਂ ਉਹ ਬਹੁਮਤ ਸਾਬਤ ਕਰੇ। ਜੇ ਉਹ ਲਿਮਟਿਡ ਟਾਈਮ ਦੇ ਵਿੱਚ ਕਰ ਦਿੰਦੀ ਹੈ ਤਾਂ ਸਰਕਾਰ ਫਿਰ ਕੰਟੀਨਿਊ ਚੱਲ ਪੈਂਦੀ ਹੈ, ਫਿਰ ਬਣ ਜਾਂਦੀ ਹੈ ਜਿਹੜੀ ਧਿਰ ਬਹੁਮਤ ਸਾਬਤ ਕਰਦੀ ਹੈ। ਅਗਰ ਨਹੀਂ ਹੁੰਦਾ, ਲਿਮਟਿਡ ਤੈਅ ਸਮੇਂ ਦੇ ਵਿੱਚ ਬਹੁਮਤ ਸਾਬਤ ਨਹੀਂ ਹੁੰਦਾ, ਤਾਂ ਉੱਥੇ ਫਿਰ ਜਿਹੜਾ ਰਾਸ਼ਟਰਪਤੀ ਸ਼ਾਸਨ ਹੈ ਉਹ ਲਾਗੂ ਹੋ ਜਾਂਦਾ। ਇਹ ਕਾਰਨ ਨੇ ਸਧਾਰਨ ਜੇ ਹੋਰ ਵੀ ਤੁਹਾਡੇ ਨਾਲ ਚਰਚਾ ਕਰਦੇ ਹਾਂ। ਤਾਂ ਜਦੋਂ ਚੋਣਾਂ ਹੋਣੀਆਂ ਹੁੰਦੀਆਂ ਨੇ, ਖਾਸ ਤੌਰ ਤੇ ਚਾਹੇ ਪੰਜਾਬ ਦੇ ਵਿੱਚ ਜਿਹੜਾ ਕਹਿ ਲਓ ਕਿ ਮਾਰਚ 2022 ਦੇ ਵਿੱਚ ਚੋਣਾਂ ਹੋਣੀਆਂ ਨੇ, ਇੱਕ ਡੇਟ ਹੈ, ਵੈਸੇ ਤੁਸੀਂ ਸਪੋਜ਼ ਕਰੋ ਤਾਂ 2022 ਦੇ ਵਿੱਚ ਚੋਣਾਂ ਹੋਣੀਆਂ ਨੇ, ਪਰ ਜਿਸ ਤਰ੍ਹਾਂ ਓਮੀਕਰੋਨ ਹੁਣ ਫਿਰ ਆ ਰਿਹਾ, ਓਮੀਕਰੋਨ ਜਿਹੜਾ ਮਾਫ ਕਰਨਾ ਕਿ ਜਦੋਂ ਕੋਈ ਵੀ ਮਹਾਮਾਰੀ ਆ ਜੇ ਇਹਦੇ ਵਿੱਚ, ਜਦੋਂ ਓਮੀਕਰੋਨ ਦੀ ਜਿਹੜੀ ਲਹਿਰ ਮੰਨ ਲਓ ਤੀਜੀ ਵੇਵ ਆਉਂਦੀ ਹੈ ਤਾਂ ਇਹ ਚੋਣਾਂ ਮੁਲਤਵੀ ਹੋ ਜਾਂਦੀਆਂ ਨੇ 1 ਸਾਲ ਦੇ ਲਈ ਜਾਂ 6 ਮਹੀਨਿਆਂ ਦੇ ਲਈ ਲੋਕਡਾਊਨ ਲੱਗਦਾ। ਪਰ ਜਿਹੜਾ ਸਰਕਾਰ ਦੇ ਕੋਲੇ ਸਮਾਂ ਹੈਗਾ, ਜਿਹੜੀ ਸਰਕਾਰ ਸੰਵਿਧਾਨਕ ਤੌਰ ਤੇ ਚਲਾਉਣ ਦਾ ਮਾਰਚ ਤੱਕ ਹੀ, ਤਾਂ ਫਿਰ ਕੀ ਹੋਏਗਾ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਜਾਂ ਮਹਾਮਾਰੀ ਆਉਂਦੀ ਹੈ ਜਾਂ ਕੋਈ ਜਾਂ ਕਹਿ ਲਓ ਕਿ ਯੁੱਧ ਲੱਗ ਜਾਂਦਾ ਪਾਕਿਸਤਾਨ ਨਾਲ, ਚਾਹੇ ਕਿਸੇ ਵੀ ਦਾ, ਉਦੋਂ ਜਿਹੜਾ ਧਿਆਨ ਹੈ ਸਰਕਾਰ ਦਾ ਜਿਹੜਾ ਉੱਧਰ ਹੋਏਗਾ ਇਹਨਾਂ ਦੇ ਸੁਰੱਖਿਆ ਹਾਲਾਤਾਂ ਦੇ ਵਿੱਚ, ਔਰ ਉਦੋਂ ਜਿਹੜਾ ਰਾਸ਼ਟਰਪਤੀ ਰਾਜ ਹੈ ਜਿਹੜਾ
ਉਹ ਲੱਗੇਗਾ, ਕਿਉਂਕਿ ਇਸ ਦਰਮਿਆਨ ਜਿਹੜੀਆਂ ਚੋਣਾਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਅਕਸਰ ਮੁਲਤਵੀਆਂ ਕਰਨੀਆਂ ਪੈਂਦੀਆਂ ਨੇ। ਮੁਲਤਵੀਆਂ ਕਰਨਾ ਜ਼ਰੂਰੀ ਵੀ ਨੇ ਉਹਨਾਂ ਦੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ। ਤਾਂ ਉਦੋਂ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਲੱਗੇਗਾ ਜਦੋਂ ਤੱਕ ਅਗਲੀਆਂ ਚੋਣਾਂ ਜਿਹੜੀਆਂ ਨਹੀਂ ਹੋ ਜਾਂਦੀਆਂ। ਇੱਥੇ ਇੱਕ ਗੱਲ ਹੋਰ ਹੈ ਕਿ ਬਹੁਤ ਸਾਰੇ ਇਹ ਸੋਚ ਰਹੇ ਹੋਣਗੇ ਕਿ ਰਾਸ਼ਟਰਪਤੀ ਰਾਜ ਦੇ ਲਈ ਕਿਹੜੀ ਧਾਰਾ ਜ਼ਰੂਰੀ ਹੈ, ਕਿਹੜੀ ਧਾਰਾ ਦੇ ਅਧੀਨ ਲੱਗਦਾ ਹੈ, ਸੰਵਿਧਾਨਕ ਤੌਰ ਤੇ ਧਾਰਾ ਕਿਹੜੀ ਹੈ। ਤਾਂ ਅਸੀਂ ਦੱਸ ਦਈਏ ਦਰਸ਼ਕਾਂ ਨੂੰ, ਸੰਵਿਧਾਨਕ ਤੌਰ ਤੇ ਜਿਹੜੀ ਧਾਰਾ ਹੈਗੀ ਹੈ 356 ਦੇ ਅਧੀਨ ਜਿਹੜਾ ਰਾਸ਼ਟਰਪਤੀ ਰਾਜ ਹੈ ਉਹ ਲੱਗਦਾ ਹੈ। ਕੇਂਦਰ ਦੇ ਕੋਲੇ ਸਾਰੀਆਂ ਸ਼ਕਤੀਆਂ ਜਾਂਦੀਆਂ ਨੇ ਤਾਂ ਉਹ 356 ਦੇ ਅਧੀਨ ਲੱਗਦਾ ਰਾਸ਼ਟਰਪਤੀ ਰਾਜ। ਇੱਥੇ ਇਹ ਵੀ ਜਿਹੜਾ ਜ਼ਰੂਰੀ ਨਹੀਂ ਹੈ ਕਿ ਰਾਸ਼ਟਰਪਤੀ ਰਾਜ ਲੱਗ ਗਿਆ ਤੇ ਉਹ ਸਹੀ ਹੈ। ਬਹੁਤ ਕੇਸ ਇਦਾਂ ਦੇ ਹੋਏ ਨੇ, ਬਹੁਤ ਉਦਾਹਰਨਾਂ ਇਹੋ ਜਿਹੀਆਂ ਨੇ, ਇੱਕ ਦੋ ਅਸੀਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿਆਂਗੇ ਕਿ ਜਦੋਂ ਜਿਹੜਾ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਪਰ ਸੁਪਰੀਮ ਕੋਰਟ ਦੇ ਵਿੱਚ ਕੋਈ ਧਿਰ ਗਈ, ਉੱਥੇ ਉਹਨਾਂ ਨੇ ਆਪਣਾ ਜਿਹੜਾ ਕੇਸ ਲਗਾਇਆ ਜਾਂ ਸੁਪਰੀਮ ਕੋਰਟ ਨੇ ਫੈਸਲਾ ਲਿਆ। ਸੁਪਰੀਮ ਕੋਰਟ ਕੋਲੇ ਵੀ ਸਪੈਸ਼ਲ ਪਾਵਰਸ ਹੁੰਦੀਆਂ ਨੇ ਕਿ ਰਾਸ਼ਟਰਪਤੀ ਰਾਜ ਨੂੰ ਉਹ ਜਿਹੜਾ ਗੈਰ ਸੰਵਿਧਾਨਕ ਵੀ ਘੋਸ਼ਿਤ ਕਰ ਸਕਦੀਆਂ ਨੇ ਅਗਰ ਉਹ ਸੰਵਿਧਾਨਕ ਤੌਰ ਤੇ ਸਹੀ ਨਹੀਂ ਹੈ। ਤਾਂ ਹੁਣ ਇੱਥੇ ਬੜੀ ਅਹਿਮ ਗੱਲ ਇਹ ਹੈ ਕਿ ਲੋਕ ਜਿਹੜੇ ਜਿਹੜੇ ਇੱਕ ਸਹਿਮ ਦੇ ਵਿੱਚ ਚਲੇ ਜਾਂਦੇ ਨੇ ਰਾਸ਼ਟਰਪਤੀ ਸ਼ਾਸਨ ਦੇ ਨਾਮ ਤੋਂ, ਪਰ ਇਦਾਂ ਦਾ ਬਿਲਕੁਲ ਵੀ ਨਹੀਂ ਹੈ। ਰਾਸ਼ਟਰਪਤੀ ਰਾਜ ਲਾਗੂ ਹੁੰਦਾ ਤਾਂ ਲੋਕ ਪ੍ਰਭਾਵਿਤ ਹੋਣਗੇ ਕਿ ਨਹੀਂ ਹੋਣਗੇ, ਇਹ ਤੁਹਾਨੂੰ ਦੱਸਦੇ ਹਾਂ ਸਿੱਧੇ ਤੌਰ ਤੇ ਕੀ ਨਹੀਂ ਹੋਏਗਾ। ਤਾਂ ਰਾਸ਼ਟਰਪਤੀ ਰਾਜ ਜਦੋਂ ਲਾਗੂ ਹੁੰਦਾ ਤਾਂ ਜਿਹੜੇ ਨੀਤੀਆਂ ਹੁੰਦੀਆਂ ਨੇ, ਜਿਹੜੀਆਂ ਵੀ ਵੱਡੀਆਂ ਨੀਤੀਆਂ ਹੁੰਦੀਆਂ ਨੇ ਜਾਂ ਵੱਡੇ ਫੈਸਲੇ ਹੁੰਦੇ ਨੇ ਜਾਂ ਵੱਡੇ ਜਿਹੜੇ ਪ੍ਰੋਜੈਕਟ ਹੁੰਦੇ ਨੇ, ਉਹ ਕੋਈ ਵੀ ਜਿਹੜੇ ਰਾਸ਼ਟਰਪਤੀ ਰਾਜ ਦੇ ਅਧੀਨ ਸ਼ੁਰੂ ਨਹੀਂ ਹੋ ਸਕਦੇ, ਲਾਗੂ ਨਹੀਂ ਹੋ ਸਕਦੇ। ਬਸ ਜਿਹੜੀ ਪ੍ਰਸ਼ਾਸਨਿਕ ਵਿਵਸਥਾ ਹੈਗੀ ਆ ਉਹੀ ਜਿਹੜਾ ਰਾਸ਼ਟਰਪਤੀ ਰਾਜ ਦੇ ਅਧੀਨ ਹੈ ਉਹ ਜਾਏਗੀ। ਤਾਂ ਇਸ ਤੋਂ ਅਗਲੀ ਗੱਲ ਹੈ ਕਿ ਜਿਹੜਾ ਰਾਸ਼ਟਰਪਤੀ ਰਾਜ ਲੱਗ ਕਿੰਨੇ ਸਮੇਂ ਤੱਕ ਸਕਦਾ ਹੈ, ਇਹ ਵੀ ਵੱਡਾ ਸਵਾਲ ਤੁਹਾਡੇ ਮਨ ਵਿੱਚ ਆ ਰਿਹਾ ਹੋਣਾ। ਤਾਂ ਰਾਸ਼ਟਰਪਤੀ ਜਿਹੜਾ ਰਾਜ ਹੈ ਉਹ 6 ਮਹੀਨੇ ਦੇ ਲਈ ਲੱਗ ਸਕਦਾ ਹੈ, ਮੈਕਸੀਮਮ 6 ਮਹੀਨੇ ਦੇ ਲਈ। ਪਰ 1978 ਦੇ ਵਿੱਚ 44ਵਾਂ ਜਿਹੜਾ ਸੰਸ਼ੋਧਨ ਹੈ ਉਹ ਕੀਤਾ ਗਿਆ ਸੰਵਿਧਾਨ ਦੇ ਵਿੱਚ। 44ਵੀਂ ਸੋਧ ਦੇ ਅਧੀਨ ਜਿਹੜਾ ਇਹ ਗੱਲ ਲਿਆਂਦੀ ਗਈ ਕਿ ਇਹ ਜਿਹੜਾ 1 ਸਾਲ ਤੱਕ ਵੀ ਵਧਾਇਆ ਜਾ ਸਕਦਾ। ਤਾਂ ਰਾਸ਼ਟਰਪਤੀ ਸ਼ਾਸਨ 6 ਮਹੀਨੇ ਦੀ ਟਰਮ ਦੇ ਅਧੀਨ ਜਿਹੜਾ 3 ਸਾਲ ਤੱਕ ਵੀ ਜਿਹੜਾ ਵਧਾਇਆ ਜਾ ਸਕਦਾ। ਸਮੇਂ-ਸਮੇਂ ਤੇ ਜਿਹੜੀਆਂ ਸੋਧਾਂ ਨੇ ਉਹ ਸੰਵਿਧਾਨ ਦੇ ਵਿੱਚ ਬਹੁਤ ਵਾਰ ਹੋਈਆਂ ਨੇ, ਤਾਂ ਸਮੇਂ-ਸਮੇਂ ਤੇ ਬਹੁਤ ਕਾਨੂੰਨਾਂ ਦੇ ਵਿੱਚ ਜਿਹੜੀਆਂ ਸੋਧਾਂ ਹੋਈਆਂ ਨੇ। ਤਾਂ ਇਸ ਜਿਹੜਾ 356 ਦੇ ਵਿੱਚ ਵੀ ਜਿਹੜੀ 1978 ਦੇ ਵਿੱਚ 44ਵੀਂ ਸੋਧ ਹੋਈ ਸੀਗੀ ਇਸ ਧਾਰਾ ਦੇ ਵਿੱਚ। ਤਾਂ ਇੱਕ ਕਾਰਨ ਇੱਥੇ ਹੋਰ ਜ਼ਰੂਰੀ ਹੈ ਕਿ ਜਦੋਂ ਚੋਣ ਕਮਿਸ਼ਨ ਨੂੰ ਲੱਗੇ, ਜਦੋਂ ਜਿਹੜੇ ਆਪਾਂ ਅਕਸਰ ਗੱਲ ਹੁੰਦੀ ਹੈ ਕਿ ਚੌਂਕ ਚੌਰਾਹਿਆਂ ਦੇ ਵਿੱਚ ਕਿ ਹੁਣ ਸਾਰੇ ਕੰਮ ਰੁਕ ਜਾਣਗੇ ਕਿ ਚੋਣ ਜਾਬਤਾ ਜਿਹੜਾ ਉਹ ਲੱਗਣ ਵਾਲਾ। ਉਹ ਚੋਣ ਜਾਬਤਾ ਦਰਅਸਲ ਹੁੰਦਾ ਕੀ ਹੈ, ਉਹ ਚੋਣ ਕਮਿਸ਼ਨ ਦੇ ਅਧੀਨ ਜਿਹੜਾ ਪ੍ਰਬੰਧ ਹੈ ਉਹ ਆ ਜਾਂਦਾ। ਸਾਰੀ ਮਸ਼ੀਨਰੀ, ਸਾਰੀ ਅਫਸਰਸ਼ਾਹੀ ਉਹ ਚੋਣ ਕਮਿਸ਼ਨ ਦੇ ਅਧੀਨ ਆ ਜਾਂਦੀ ਹੈ। ਉਸ ਮੌਕੇ ਦਾ ਸਭ ਤੋਂ ਉੱਚ ਅਧਿਕਾਰੀ ਵੱਡਾ ਚੋਣ ਕਮਿਸ਼ਨ ਹੀ ਹੁੰਦਾ। ਤਾਂ ਜਿਹੜੀ ਉਹ ਅਫਸਰਸ਼ਾਹੀ ਜਾਂ ਮਸ਼ੀਨਰੀ ਆ ਉਹ ਜਿਹੜਾ ਚੋਣ ਕਮਿਸ਼ਨ ਦੀ ਕਮਾਂਡ ਦੇ ਹੇਠ ਹੀ ਜਿਹੜਾ ਉਹ ਕੰਮ ਕਰਦੀ ਹੈ। ਹੁਣ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਕਿੰਨਾ ਰਾਜਾਂ ਦੇ ਵਿੱਚ ਹੁਣ ਤੱਕ ਰਾਸ਼ਟਰਪਤੀ ਰਾਜ ਆ ਜਿਹੜਾ ਲੱਗਿਆ ਤੇ ਉਹਦੇ ਕਾਰਨ ਕੀ ਰਹੇ, ਮੋਟੀ ਜਾਣਕਾਰੀ ਤੁਹਾਨੂੰ ਦੇਵਾਂਗੇ। ਤਾਂ ਸਭ ਤੋਂ ਪਹਿਲਾਂ ਜਿਹੜਾ 12 ਨਵੰਬਰ 2019 ਦੀ ਗੱਲ ਕਰਦੇ ਹਾਂ, ਜਿਹੜਾ ਰੀਸੈਂਟ ਮਹਾਰਾਸ਼ਟਰ ਦੇ ਵਿੱਚ ਹੋਇਆ ਕਿ ਸੀਗਾ ਕਿ ਭਾਜਪਾ ਤੇ ਰਾਸ਼ਟਰਵਾਦੀ ਕਾਂਗਰਸ ਤੇ ਕਾਂਗਰਸ ਪਾਰਟੀ ਤੇ ਐਨਸੀਪੀ, ਇਹਨਾਂ ਪਾਰਟੀਆਂ ਚੋਂ ਕਿਸੇ ਵੀ ਪਾਰਟੀ ਨੂੰ ਜਿਹੜਾ ਪੂਰਨ ਬਹੁਮਤ ਆ ਉਹ ਨਹੀਂ ਮਿਲਦਾ। ਕਿਸੇ ਵੀ ਪਾਰਟੀ ਦੇ ਕੋਲੋਂ ਵਿਧਾਨ ਸਭਾ ਦੇ ਵਿੱਚ ਬਹੁਮਤ ਸਾਬਤ ਨਹੀਂ ਹੁੰਦੀ। ਫਿਰ ਕੀ ਹੁੰਦਾ, ਦੋ ਪਾਰਟੀਆਂ ਜਾਂ ਬਾਅਦ ਦੇ ਵਿੱਚ ਆਪਸ ਦੇ ਵਿੱਚ ਅਲਾਇੰਸ ਦੀ ਗੱਲ ਚੱਲਦੀ ਹੈ। ਤਾਂ ਪਰ ਉਨੇ ਸਮੇਂ ਦੇ ਲਈ ਜਿਹੜਾ ਰਾਸ਼ਟਰਪਤੀ ਸ਼ਾਸਨ ਹੈ ਉਹ ਲਾਗੂ ਰਹਿੰਦਾ। ਉਸ ਤੋਂ ਬਾਅਦ ਜਦੋਂ ਪਾਰਟੀਆਂ ਬਹੁਮਤ ਸਾਬਤ ਕਰਦੀਆਂ ਨੇ ਤਾਂ ਉਦੋਂ ਉਹਨਾਂ ਦੀ ਜਿਹੜੀ ਸਰਕਾਰ ਹੈ ਉਹ ਬਣ ਜਾਂਦੀ ਹੈ ਤੇ ਮੁੱਖ ਮੰਤਰੀ ਉਹਨਾਂ ਦਾ ਬਣਦਾ। ਤਾਂ ਉਸ ਤੋਂ ਬਾਅਦ ਹੀ 2000 ਤੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਅਸੀਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਕਮ ਸੇ ਕਮ 15 ਅਜਿਹੇ ਰਾਜ ਨੇ ਜਾਂ 15 ਇਹੋ ਜਿਹੇ ਥਾਂ ਨੇ, 15 ਇਹੋ ਜਿਹੀਆਂ ਐਗਜ਼ਾਮਪਲਸ ਨੇ ਜਿੱਥੇ ਰਾਸ਼ਟਰਪਤੀ ਰਾਜ ਲਾਗੂ ਹੋਇਆ। ਤਾਂ 2000 ਤੋਂ ਬਾਅਦ ਵਾਲੇ ਜਿਹੜੇ ਨੇ ਉਹਨਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ। 2001 ਦੇ ਵਿੱਚ ਮਣੀਪੁਰ ਦੇ ਵਿੱਚ ਲੱਗਿਆ ਸੀਗਾ। ਮਣੀਪੁਰ ਦੇ ਵਿੱਚ ਕੀ ਹੋਇਆ, ਚੋਣਾਂ ਤੋਂ ਬਾਅਦ ਸਰਕਾਰ 1 ਸਾਲ ਤੋਂ ਵੱਧ ਨਹੀਂ ਚੱਲੀ, ਜਿਹੜਾ ਬਹੁਮਤ ਸਾਬਤ ਨਹੀਂ ਕਰ ਸਕੀ। ਸਰਕਾਰ ਦੇ ਐਮਐਲਏਸ ਨੇ ਬਹੁਮਤ ਵਾਪਸ ਲੈ ਲਿਆ ਔਰ ਉੱਥੇ ਰਾਸ਼ਟਰਪਤੀ ਰਾਜ ਆ ਜਿਹੜਾ ਲੱਗ ਗਿਆ 2001 ਦੇ ਵਿੱਚ। 2002 ਦੇ ਵਿੱਚ ਯੂਪੀ 'ਚ ਲੱਗਿਆ, 2005 ਦੇ ਵਿੱਚ ਬਿਹਾਰ ਦੇ ਵਿੱਚ ਲੱਗਿਆ, ਗੋਆ ਦੇ ਵਿੱਚ 4 ਮਾਰਚ ਤੋਂ 7 ਜੂਨ ਤੱਕ ਰਾਸ਼ਟਰਪਤੀ ਸ਼ਾਸਨ ਲਾਗੂ ਰਿਹਾ। ਉਸ ਤੋਂ ਬਾਅਦ 2007 ਦੇ ਵਿੱਚ ਕਰਨਾਟਕਾ, 2008 ਦੇ ਵਿੱਚ ਜੰਮੂ ਅਤੇ ਕਸ਼ਮੀਰ, 2009 ਦੇ ਵਿੱਚ ਝਾਰਖੰਡ। ਚੁਣੀ ਹੋਈ ਸਰਕਾਰ ਦੇ ਵੱਲੋਂ ਕੀ ਹੋਇਆ ਸੀਗਾ ਕਿ 2009 ਦੇ ਵਿੱਚ ਝਾਰਖੰਡ ਦੇ ਵਿੱਚ ਇਹ ਹੁੰਦਾ ਕਿ ਜਿਹੜੀ ਚੁਣੀ ਹੋਈ ਸਰਕਾਰ ਸੀਗੀ ਉਹਦੇ ਤੋਂ ਬਹੁਮਤ ਨਹੀਂ ਸਾਬਤ ਕੀਤਾ ਗਿਆ ਸਮੇਂ ਦੇ ਵਿੱਚ। ਜਿਹੜਾ ਰਾਜਪਾਲ ਨੇ ਸਮਾਂ ਦਿੱਤਾ ਸੀਗਾ ਕਿ ਇੰਨੇ ਸਮੇਂ ਦੇ ਵਿੱਚ ਤੁਸੀਂ ਬਹੁਮਤ ਸਾਬਤ ਕਰਨਾ, ਤਾਂ ਉੱਥੇ ਫਿਰ ਰਾਸ਼ਟਰਪਤੀ ਸ਼ਾਸਨ ਹੈ
ਲਾਗੂ ਕਰਨਾ ਪਿਆ ਸੀਗਾ। ਤਾਂ ਅੱਗੇ ਤੁਹਾਨੂੰ ਹੋਰ ਦੱਸ ਦਿੰਦੇ ਹਾਂ ਜਾਣਕਾਰੀ ਜਿਹੜੀ ਤੁਹਾਡੇ ਤੱਕ ਲੈ ਕੇ ਆਂਦੀ ਹੈ ਇਕੱਠੀ ਕਰਕੇ। 2014 ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਲੱਗਿਆ ਔਰ ਦਿੱਲੀ ਦੇ ਵਿੱਚ ਵੀ ਲੱਗਿਆ। ਦਿੱਲੀ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਜਦੋਂ ਕੇਜਰੀਵਾਲ ਅਸਤੀਫਾ ਦਿੰਦੇ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਜਨ ਲੋਕਪਾਲ ਬਿੱਲ ਆ ਜਿਹੜਾ ਉਹ ਪਾਸ ਕਰਾਊਂਗਾ। ਫਰਵਰੀ ਦੇ ਵਿੱਚ ਜਿਹੜਾ ਇਹ ਲੱਗਿਆ ਸੀਗਾ ਰਾਸ਼ਟਰਪਤੀ ਸ਼ਾਸਨ, ਤਾਂ ਉਹ ਨਹੀਂ ਜਨ ਲੋਕਪਾਲ ਬਿੱਲ ਜਿਹੜਾ ਪਾਸ ਨਹੀਂ ਕਰਵਾ ਸਕੇ। ਤਾਂ ਉਹਨਾਂ ਨੇ ਫਿਰ ਆਪਣੇ ਮੈਨੀਫੈਸਟੋ ਦੇ ਵਿੱਚ ਜਿਹੜੀ ਗੱਲ ਕਹੀ ਸੀ ਜਾਂ ਜਿਹੜੇ ਉਹਨਾਂ ਦੇ ਵਾਅਦੇ ਸੀ ਤਾਂ ਉਸ ਦੇ ਅਕੋਰਡਿੰਗ ਉਹਨਾਂ ਨੇ ਅਸਤੀਫਾ ਦਿੱਤਾ। ਤਾਂ ਫਿਰ ਉੱਥੇ ਲਗਭਗ ਫਰਵਰੀ ਤੋਂ ਲੈ ਕੇ 2014 ਫਰਵਰੀ ਤੋਂ ਲੈ ਕੇ ਔਰ 2015 ਤੱਕ ਜਿਹੜਾ ਰਾਸ਼ਟਰਪਤੀ ਸ਼ਾਸਨ ਲਾਗੂ ਰਿਹਾ ਸੀ। ਉਸ ਤੋਂ ਬਾਅਦ ਤੁਸੀਂ ਜਾਣਦੇ ਹੋ ਚੋਣਾਂ ਹੋਈਆਂ ਸੀ ਤੇ ਭਾਰੀ ਬਹੁਮਤ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲਦੀ ਹੈ। ਤਾਂ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ 2016 ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ ਲੱਗਿਆ, 2016 ਦੇ ਵਿੱਚ ਹੀ ਉੱਤਰਾਖੰਡ ਦੇ ਵਿੱਚ ਲੱਗਿਆ। ਇਸ ਦਰਮਿਆਨ ਇਹ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਇਹਨਾਂ ਸਟੇਟਾਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦੇ ਰਹੇ ਨੇ ਸਮੇਂ-ਸਮੇਂ ਦੇ ਉੱਪਰ। ਪਰ ਹੁਣ ਤੁਸੀਂ ਦੇਖਿਆ 2000 ਤੋਂ ਬਾਅਦ ਵਾਲੇ ਜਿਹੜੀ ਵੀ ਜਗ੍ਹਾ ਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਉੱਥੇ ਨਾ ਤਾਂ ਕੋਈ ਦੰਗਿਆਂ ਦੀ ਵਜ੍ਹਾ ਕਰਕੇ ਰਾਸ਼ਟਰਪਤੀ ਸ਼ਾਸਨ ਲੱਗਿਆ, ਨਾ ਕੋਈ ਕਾਨੂੰਨੀ ਜਿਹੜੀ ਵਿਵਸਥਾ ਕਰਕੇ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ। ਜਿਹੜੇ ਜ਼ਿਆਦਾ ਨੇ ਮੇਜਰ ਰਾਜ ਨੇ, ਜਿਹੜੀਆਂ ਮੇਜਰ ਥਾਵਾਂ ਤੇ ਰਾਸ਼ਟਰਪਤੀ ਰਾਜ ਦੀ ਜਿਹੜੀ ਗੱਲ ਹੋਈ ਹੈ ਤਾਂ ਉੱਥੇ ਇਦਾਂ ਦੀ ਕੋਈ ਘਟਨਾ ਨਹੀਂ ਵਾਪਰਦੀ। ਉੱਥੇ ਸਿਰਫ ਤੁਸੀਂ ਮੋਟੇ-ਮੋਟੇ ਨੋਟ ਕੀਤੇ ਹੋਣੇ ਕਿ 3 ਕਾਰਨ ਹੀ ਜ਼ਿੰਮੇਦਾਰ ਰਹਿੰਦੇ ਨੇ। ਜਾਂ ਤਾਂ ਜਿਹੜਾ ਚੁਣੀ ਹੋਈ ਸਰਕਾਰ ਹੈ ਉਹਦਾ ਬਹੁਮਤ ਡਿੱਗ ਜਾਂਦਾ, ਸਰਕਾਰ ਟੁੱਟ ਜਾਂਦੀ ਹੈ, ਫਿਰ ਤੈਅ ਸਮੇਂ ਤੇ ਸਰਕਾਰ ਨਹੀਂ ਬਣਦੀ। ਦੂਸਰਾ ਜਿਹੜੀਆਂ ਪਾਰਟੀਆਂ ਚੁਣ ਕੇ ਜਦੋਂ ਜਾਂਦੀਆਂ ਨੇ, ਜਦੋਂ ਫਲੋਰ ਦੇ ਉੱਪਰ ਜਾਂਦੀਆਂ ਨੇ, ਵਿਧਾਨ ਸਭਾ ਦੇ ਵਿੱਚ ਬਹੁਮਤ ਨਹੀਂ ਸਾਬਤ ਕਰ ਪਾਉਂਦੀਆਂ ਤੈਅ ਸਮੇਂ ਦੇ ਉੱਪਰ, ਉਦੋਂ ਲੱਗਦਾ। ਤਾਂ ਜਾਂ ਫਿਰ ਜਦੋਂ ਚੋਣ ਕਮਿਸ਼ਨ ਕਹਿੰਦਾ ਕਿ ਇਸ ਰਾਜ ਦੇ ਵਿੱਚ ਫਿਲਹਾਲ ਚੋਣਾਂ ਨਹੀਂ ਹੋ ਸਕਦੀਆਂ ਪਰ ਸੰਵਿਧਾਨਕ ਤੌਰ ਤੇ ਉਸ ਰਾਜ ਸਰਕਾਰ ਦੀ ਜਿਹੜੀ ਮਿਆਦ ਹੈ ਉਹ ਖਤਮ ਹੋ ਰਹੀ ਹੈ, ਤਾਂ ਉੱਥੇ ਜਿਹੜਾ ਰਾਸ਼ਟਰਪਤੀ ਰਾਜ ਹੈ ਲਾਗੂ ਹੁੰਦਾ। ਚੋਣ ਕਮਿਸ਼ਨ 6 ਮਹੀਨਿਆਂ ਦੇ ਲਈ ਜਾਂ ਸਾਲ ਦੇ ਲਈ ਜਿਹੜਾ ਸਮਾਂ ਮੰਗਦਾ ਵੀ ਇੰਨੇ ਸਮੇਂ ਤੱਕ ਇੱਥੇ ਹਾਲਾਤ ਨੇ ਜਿਹੜੇ ਉਹ ਠੀਕ ਨਹੀਂ ਹੈਗੇ। ਤਾਂ ਉਸ ਤੋਂ ਬਾਅਦ ਇੱਕ ਸੀਗਾ ਕਿ ਮਹਾਮਾਰੀ ਜਾਂ ਕੁਦਰਤੀ ਆਫਤਾਂ ਜਾਂ ਯੁੱਧ ਦੇ ਦੌਰਾਨ, ਯੁੱਧ ਪਿਛਲੇ ਜਿਹੜੇ ਹੋਏ ਨੇ ਜਾਂ 65 ਤੋਂ 71 ਜਿਹੜੀਆਂ 2 ਲੜਾਈਆਂ ਹੋਈਆਂ ਨੇ ਭਾਰਤ ਦੇ ਵਿੱਚ, ਤਾਂ ਜਦੋਂ ਤੁਸੀਂ ਉਹਨਾਂ ਦੀ ਹਿਸਟਰੀ ਚੈੱਕ ਕਰੋਗੇ ਜਾ ਕੇ ਤਾਂ ਉਦੋਂ ਵੀ ਜਿਹੜੀਆਂ ਚੋਣਾਂ ਨੇ ਮੁਲਤਵੀ ਹੁੰਦੀਆਂ ਰਹੀਆਂ ਹੋਣੀਆਂ ਨੇ। ਔਰ ਤਾਂ ਇਹ ਜਿਹੜੀਆਂ ਐਗਜ਼ਾਮਪਲਸ ਤੁਹਾਨੂੰ ਮਿਲਣੀਆਂ ਜਦੋਂ ਪਿਛੋਕੜ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ। ਤਾਂ ਕੈਪਟਨ ਅਮਰਿੰਦਰ ਸਿੰਘ ਹਰਾਂ ਦੇ ਵੱਲੋਂ ਜਿਹੜਾ ਇਸ ਦਰਮਿਆਨ, ਕਿਉਂਕਿ ਜਿਹੜਾ ਸੰਵਿਧਾਨਕ ਹੱਕ ਹੈ ਸ਼ਾਂਤਮਈ ਪ੍ਰਦਰਸ਼ਨ ਕਰਨਾ ਵੀ ਇਸ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਨੇ ਹੱਕ ਦਿੱਤਾ ਹੋਇਆ, ਤਾਂ ਉੱਥੇ ਇਹੋ ਜਿਹੀ ਮੰਗ ਕਰਨੀ ਦਾ ਬੇਤੁਕੀ ਹੈ, ਬਹੁਤ ਬੇਤੁਕੀ ਹੈ। ਔਰ ਬੜੀ ਹੀ ਚਿੰਤਾ ਵਾਲੀ ਗੱਲ ਹੈ ਕਿ ਜਿਹੜਾ ਸਰਕਾਰ ਨੂੰ ਸਵਾਲ ਕਰਨ ਦੀ ਬਜਾਏ ਸਰਕਾਰ ਨੂੰ ਜਿੱਥੇ ਸਵਾਲ ਕਰਨੇ ਚਾਹੀਦੇ ਸੀ, ਇਹਦੇ ਨਾਲ ਹੀ ਪ੍ਰਾਈਮ ਮਿਨਿਸਟਰ ਹਰਾਂ ਦੀ ਜਿਹੜੀ ਸਿਕਿਉਰਿਟੀ ਹੈ ਜਾਂ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਨੇ, ਕੇਂਦਰੀ ਏਜੰਸੀਆਂ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ, ਉਹਨਾਂ ਦੀਆਂ ਰਿਪੋਰਟਸ ਤੇ ਵੀ ਸਵਾਲ ਖੜੇ ਕਰਨੇ ਬਣਦੇ ਨੇ ਕਿ ਕੀ ਉਹ ਪ੍ਰਧਾਨ ਮੰਤਰੀ ਹਰਾਂ ਦੀ ਸੁਰੱਖਿਆ ਦਾ ਖਿਆਲ ਨਹੀਂ ਰੱਖ ਰਹੇ ਸਨ? ਕੀ ਉਹਨਾਂ ਨੂੰ ਨਹੀਂ ਚਾਹੀਦਾ ਸੀਗਾ ਕਿ ਜਿਹੜੀ ਜਾਣਕਾਰੀ ਹੈ ਸਹੀ ਦਿੱਤੀ ਜਾਵੇ? ਅਗਰ ਜਿਹੜਾ ਰੋਡ ਦੇ ਰਾਹੀਂ ਆਉਣਾ ਹੈ ਹੀ ਨਹੀਂ ਸੀਗਾ, ਰੋਡ ਦੇ ਰਾਹੀਂ ਜਿਹੜਾ ਰੂਟ ਤੈਅ ਪਹਿਲਾਂ ਤੋਂ ਹੈ ਹੀ ਨਹੀਂ ਸੀਗਾ ਰੂਟ ਦੇ ਵਿੱਚ, ਤਾਂ ਫਿਰ ਕਿਉਂ ਪ੍ਰਧਾਨ ਮੰਤਰੀ ਨੂੰ ਅਸੁਰੱਖਿਆ ਦੇ ਵਿੱਚ ਪਾਇਆ ਗਿਆ? ਕਿਉਂ ਉਹਨਾਂ ਦੀ ਸੁਰੱਖਿਆ ਦਾ ਧਿਆਨ ਨਹੀਂ ਰੱਖਿਆ ਗਿਆ? ਤਾਂ ਸਾਰਿਆਂ ਨੂੰ ਇਹ ਸਵਾਲ ਕਰਨੇ ਬਣਦੇ ਨੇ। ਤਾਂ ਕੈਪਟਨ ਅਮਰਿੰਦਰ ਸਿੰਘ ਹਰਾਂ ਦਾ ਜਿਹੜਾ ਬਿਆਨ ਹੈ ਇਹ ਬੜਾ ਬੇਤੁੱਕਾ ਜਾਪਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਰਾਸ਼ਟਰਪਤੀ ਰਾਜ ਨੂੰ ਲਾਗੂ ਕਰਨ ਦੀ ਮੰਗ ਕਰਨਾ। ਤਾਂ ਜਿਹੜਾ ਕਿਉਂਕਿ CM ਚਰਨਜੀਤ ਸਿੰਘ ਚੰਨੀ ਆਉਂਦੇ ਨੇ ਤਾਂ ਉਹ ਕਹਿੰਦੇ ਨੇ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦੇ ਨਾਲ ਅਸੀਂ ਜਿਹਦੀ ਫੋਰਸ ਦਾ ਧਿਆਨ ਰੱਖਿਆ ਹੋਇਆ ਸੀਗਾ, ਇੱਕ ਜਿਹੜਾ ਸਟੇਟ ਦਾ ਚੁਣਿਆ ਹੋਇਆ ਜਿਹੜਾ ਮੁੱਖ ਮੰਤਰੀ ਹੈ ਤਾਂ ਉਹ ਕਹਿ ਰਿਹਾ ਕਿ ਜਿਹੜਾ ਸੁਰੱਖਿਆ ਦੇ ਪੂਰੇ ਪ੍ਰਬੰਧ ਅਸੀਂ ਕੀਤੇ ਗਏ ਸੀਗੇ। ਤਾਂ ਖੁਦ ਪ੍ਰਧਾਨ ਮੰਤਰੀ ਹਰਾਂ ਦਾ ਰੂਟ ਉਹ ਵੀ ਜਿਹੜੇ ਬਹੁਤ ਵੱਡੇ ਸਵਾਲ ਖੜੇ ਕਰਦਾ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬਹੁਤ ਕੁਝ ਹੋਇਆ ਦੇਸ਼ ਦੇ ਵਿੱਚ ਸਮੇਂ-ਸਮੇਂ ਦੇ ਵਿੱਚ, ਪਰ ਦੰਗੇ ਵੀ ਹੁੰਦੇ ਰਹੇ। ਪਿਛਲੇ ਲੇਟੈਸਟ ਤੁਸੀਂ ਦੇਖੋ ਤਾਂ CA ਤੇ NRC ਦੇ ਅੰਦੋਲਨ ਦੇ ਦੌਰਾਨ ਦਿੱਲੀ ਦੇ ਵਿੱਚ ਦੰਗੇ ਹੋਏ। ਕੀ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋਇਆ? ਗੁਜਰਾਤ ਦੇ ਵਿੱਚ ਦੰਗੇ ਹੋਏ, ਕੀ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋਇਆ? ਤਾਂ ਇਹ ਜਦੋਂ ਤੁਸੀਂ ਸਵਾਲਾਂ ਦੇ ਲੰਬਾ ਹੋ ਜਾਏਗਾ, ਜਦੋਂ ਪਿੱਛੇ ਜਾ ਕੇ ਦੇਖੋਗੇ ਤਾਂ ਉੱਥੇ ਸਵਾਲ ਖੜੇ ਕਰੇ ਬਣਦੇ ਨੇ। ਤਾਂ ਪ੍ਰਧਾਨ ਮੰਤਰੀ ਦੇ ਉੱਪਰ ਕਿਸੇ ਨੇ ਅਟੈਕ ਨਹੀਂ ਕੀਤਾ, ਕੋਈ ਗੱਡੀ ਦੇ ਕਰੀਬ ਨਹੀਂ ਜਾਂਦਾ। ਹਾਲਾਂਕਿ ਨਾਅਰੇਬਾਜ਼ੀ ਜ਼ਰੂਰ ਪਿੱਛੋਂ ਹੋ ਰਹੀ ਸੀ, ਉਹ ਵੀ ਜਦੋਂ ਵੀਡੀਓ ਧਿਆਨ ਨਾਲ ਦੇਖਦੇ ਹੋ, ਜਿਹੜੀਆਂ ਵੀਡੀਓਸ ਜਾਰੀ ਹੁੰਦੀਆਂ ਨੇ ਤਾਂ ਉੱਥੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਸੀ। ਤਾਂ ਇਸ ਦਾ ਮਤਲਬ ਕਿਸਾਨ ਦੂਰ ਸੀ, BJP ਦੇ ਵਰਕਰ ਆ ਜਿਹੜੇ ਉਹ ਪ੍ਰਧਾਨ ਮੰਤਰੀ ਨੂੰ ਦੇਖਣ ਦੇ ਲਈ, ਆਪਣੀ ਚਾਹਤ ਸੀ ਉਹਨਾਂ ਦੀ ਕਿ ਪ੍ਰਧਾਨ ਮੰਤਰੀ ਨੂੰ ਦੇਖਾਂਗੇ, ਉਹਦੇ ਲਈ ਅੱਗੇ ਵਧ ਰਹੇ ਸੀ। ਤਾਂ BJP ਦਾ ਝੰਡਾ ਵੀ ਉਹਨਾਂ ਲੋਕਾਂ ਦੇ ਹੱਥ ਵਿੱਚ ਦਿਖ ਰਿਹਾ। ਤਾਂ ਹੁਣ ਇੱਥੇ ਜਿਹੜੇ ਇਹ ਬਹੁਤ ਸਾਰੇ ਸਵਾਲ ਨੇ, ਪਰ ਰਾਸ਼ਟਰਪਤੀ ਸ਼ਾਸਨ ਜਿਹੜਾ ਨਹੀਂ ਲਾਗੂ ਹੋ ਸਕਦਾ, ਕਿੰਨਾ ਹਾਲਾਤਾਂ ਦੇ ਵਿੱਚ ਲਾਗੂ ਹੋ ਸਕਦਾ, ਉਹ ਅਸੀਂ ਤੁਹਾਨੂੰ ਦੱਸਿਆ। ਤਾਂ ਇੱਕ ਤੁਹਾਨੂੰ ਘਟਨਾ ਯਾਦ ਕਰਵਾ ਦਿੰਦੇ ਆ ਜਿਹੜੀ ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਹੁੰਦੀ ਆ 26 ਅਪ੍ਰੈਲ 2009 ਦੇ ਵਿੱਚ। ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀਗੇ ਔਰ ਡਾਕਟਰ ਮਨਮੋਹਨ ਸਿੰਘ ਹਰੀ ਇੱਕ ਜਿਹੜੀ ਆਮ ਚੋਣਾਂ ਦੇ ਵਿੱਚ ਜਾਂਦੇ ਨੇ, ਇੱਕ ਆਪਣੀ ਜਿਹੜਾ ਪ੍ਰੋਗਰਾਮ ਆ ਉਹਨੂੰ ਸੰਬੋਧਿਤ ਹੋ ਰਹੇ ਸੀਗੇ।
ਤਾਂ ਉਸ ਦੌਰਾਨ ਇੱਕ 21 ਸਾਲਾਂ ਦਾ ਜਿਹੜਾ ਨੌਜਵਾਨ ਹੈ ਹਿਤੇਸ਼ ਚੌਹਾਨ, ਉਹ ਉਹਨਾਂ ਦੇ ਵੱਲ ਜਿਹੜਾ ਜੁੱਤੀ ਸਿੱਟਦਾ, ਉਹ ਰੋਸ ਜਤਾਉਂਦਾ ਕਿ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਗਲਤ ਵਾਅਦੇ ਕਰ ਰਹੀਆਂ ਜਾਂ ਉਹਦੀ ਜਿਹੜੀ ਸਰਕਾਰਾਂ ਦੇ ਖਿਲਾਫ ਜਾਂ ਚੋਣਾਂ ਦੇ ਖਿਲਾਫ ਉਹਦੀ ਨਾਰਾਜ਼ਗੀ ਸੀ, ਤਾਂ ਉਹ ਜੁੱਤੀ ਉਹਦੇ ਵੱਲੋਂ ਪ੍ਰਾਈਮ ਮਿਨਿਸਟਰ ਦੇ ਮੌਜੂਦਾ ਮੁਖੀ ਦੇ ਉੱਪਰ ਸਿੱਟੀ ਜਾਂਦੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦੀ ਕੰਪੈਰੀਜ਼ਨ ਦੇਖੀਏ ਤਾਂ ਉਹਨਾਂ ਨਾਲ ਬਿਲਕੁਲ ਇਹੋ ਜਿਹਾ ਕੁਝ ਨਹੀਂ ਵਾਪਰਿਆ। ਤਾਂ ਉਦੋਂ ਜੁੱਤੀ ਸਿੱਟੀ ਜਾਂਦੀ ਹੈ ਤਾਂ ਉੱਥੇ ਮੌਜੂਦਾ ਪ੍ਰਧਾਨ ਮੰਤਰੀ ਦੇ ਉੱਪਰ ਜੁੱਤੀ ਸੁੱਟੀ ਜਾਂਦੀ ਜਿਸ ਰਾਜ ਦੇ ਵਿੱਚ, ਉਸ ਰਾਜ ਗੁਜਰਾਤ ਦਾ ਮੁੱਖ ਮੰਤਰੀ ਕੌਣ ਸੀ ਉਸ ਵਕਤ? ਉਸ ਵਕਤ ਨਰਿੰਦਰ ਮੋਦੀ ਹਰੀ ਗੁਜਰਾਤ ਦੇ ਮੌਜੂਦਾ ਮੁੱਖ ਮੰਤਰੀ ਸਨ। ਤਾਂ ਕੀ ਉਦੋਂ ਇਹ ਸਵਾਲ ਨਰਿੰਦਰ ਮੋਦੀ ਹਰਾਂ ਨੇ ਕਿਉਂ ਨਹੀਂ ਖੜੇ ਕੀਤੇ ਜਾਂ ਉਹਨਾਂ ਨੇ ਕਿਉਂ ਨਹੀਂ ਅਸਤੀਫਾ ਦਿੱਤਾ? ਉੱਥੇ ਰਾਸ਼ਟਰਪਤੀ ਰਾਜ ਕਿਉਂ ਨਹੀਂ ਲਾਗੂ ਹੋ ਜਾਂਦਾ? ਦੇਸ਼ ਦਾ ਪ੍ਰਧਾਨ ਮੰਤਰੀ ਸੀਗਾ, ਇੱਕ ਜੁੱਤੀ ਸਿੱਟ ਸਕਦਾ ਤਾਂ ਸੁਰੱਖਿਆ ਨੂੰ ਕਿੰਨਾ ਜਿਹੜਾ ਉਹਨਾਂ ਦੀ ਨੂੰ ਖਤਰਾ ਹੋ ਸਕਦਾ। ਤਾਂ ਸਵਾਲ ਇਹ ਵੀ ਬਣਦੇ ਨੇ, ਇਹ ਵੀ ਸਵਾਲ ਚੱਕੇ ਜਾਣੇ ਚਾਹੀਦੇ ਨੇ। ਤਾਂ ਉਹ ਵੀ ਜ਼ਿੰਮੇਵਾਰ ਸੀਗੇ। ਅਗਰ ਅੱਜ CM ਚਰਨਜੀਤ ਸਿੰਘ ਚੰਨੀ ਜ਼ਿੰਮੇਵਾਰ ਨੇ ਤਾਂ ਉਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਵੀ ਆਪਣੀ ਜ਼ਿੰਮੇਵਾਰੀ ਤੋਂ ਜਿਹੜਾ ਭੱਜ ਨਹੀਂ ਸਕਦੇ। ਉਸ ਟਾਈਮ ਉਹਨਾਂ ਨੇ ਕੀ ਜ਼ਿੰਮੇਵਾਰੀ, ਕੀ ਰੋਲ ਅਦਾ ਕੀਤਾ ਸੀਗਾ, ਇਹ ਵੀ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ ਔਰ ਦੇਖਣਾ ਚਾਹੀਦਾ ਪਿਛੋਕੜ ਦੇ ਵਿੱਚ ਜਾ ਕੇ ਉੱਥੇ ਉਸ ਵਕਤ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਸੀ। ਔਰ ਦੂਸਰੀ ਗੱਲ ਇਹ ਹੈ ਕਿ ਜਿੱਥੇ ਇਸ ਜਿਹੜੀ ਘਟਨਾਕ੍ਰਮ ਦੇ ਦਰਮਿਆਨ ਟਵਿੱਟਰ ਦੇ ਉੱਪਰ ਲਗਾਤਾਰ ਇੱਕ ਬਹਿਸ ਛਿੜੀ ਹੋਈ ਹੈ, ਸਿੱਖਾਂ ਨੂੰ ਜਿਹੜਾ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਬਹੁਤ ਸਾਰੇ ਇਹੋ ਜਿਹੇ ਟਵੀਟ ਨੇ ਕਿ ਅਸੀਂ ਤੁਹਾਡੇ ਨਾਲ ਸਾਂਝੇ ਨਹੀਂ ਕਰ ਸਕਦੇ ਕਿਉਂਕਿ 84 ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਕਤਲੇਆਮ ਹੁੰਦਾ ਦਿੱਲੀ ਦੇ ਵਿੱਚ, ਉਹ ਵੀ ਇੱਕ ਬੜਾ ਜਿਹੜਾ ਅਫਸੋਸਜਨਕ ਸੀਗਾ, ਬੜਾ ਦੁਖਦਾਇਕ ਸੀ ਔਰ ਬੜਾ ਨਿੰਦਣਯੋਗ ਸੀ ਉਹ ਕਦਮ। ਔਰ ਉਸ ਤੋਂ ਬਾਅਦ ਲਗਾਤਾਰ ਸਿੱਖਾਂ ਨੂੰ 84 ਯਾਦ ਕਰਵਾ ਦਾਂਗੇ, ਇਸ ਤਰ੍ਹਾਂ ਦੀ ਜਿਹੜੀ ਲਗਾਤਾਰ ਟਵਿੱਟਰ ਦੇ ਉੱਪਰ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਹਰ ਕਿਸੇ ਵਿਅਕਤੀ ਨੂੰ ਜਿਹੜੀ ਨਫ਼ਰਤ ਫੈਲਾਉਂਦੀ ਹੈ, ਜਿਹੜੀ ਭਾਈਚਾਰਕ ਸਾਂਝ ਨੂੰ ਤੋੜਦੀ ਹੈ, ਬਚਣ ਦੀ ਤਾਂ ਲੋੜ ਹੈ ਹੀ, ਨਾਲ ਦੀ ਨਾਲ ਸਮਝਣ ਦੀ ਵੀ ਇਹ ਵੀ ਲੋੜ ਹੈ ਕਿ ਸਿੱਖਾਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ। ਕਿਸਾਨ ਕਹਿ ਰਹੇ ਨੇ ਕਿ ਸਾਡਾ ਧਰਮ ਦਾ ਅੰਦੋਲਨ ਹੀ ਨਹੀਂ, ਪਹਿਲੇ ਦਿਨ ਤੋਂ ਜਦੋਂ ਕਿਸਾਨ ਦਿੱਲੀ ਵੀ ਗਏ, ਸਾਡਾ ਅੰਦੋਲਨ ਹੈ ਜਿਹੜਾ ਉਹ ਧਰਮ ਨਿਰਪੱਖ ਅੰਦੋਲਨ ਹੈ ਤੇ ਨਿਰੋਲ ਕਿਸਾਨੀ ਦਾ ਹੀ ਅੰਦੋਲਨ ਹੈ। ਤਾਂ ਲਗਾਤਾਰ ਫਿਰ ਸਿੱਖਾਂ ਨੂੰ ਕਿਉਂ ਜਿਹੜਾ ਇਸ ਦੇ ਵਿੱਚ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ, ਸਿੱਖਾਂ ਨੂੰ ਕਿਉਂ ਟਰੋਲ ਕੀਤਾ ਜਾ ਰਿਹਾ, ਸਿੱਖਾਂ ਨੂੰ ਜਿਹੜਾ ਟਵਿੱਟਰ ਦੇ ਉੱਪਰ ਸਿੱਖ ਜਿਹੜਾ ਨਿਸ਼ਾਨਾ ਕਿਉਂ ਇਹਦਾ ਬਣ ਰਹੇ ਨੇ, ਜਦੋਂ ਕਿ ਕਿਸਾਨ ਕਹਿ ਰਹੇ ਨੇ ਕਿ ਨਿਰੋਲ ਕਿਸਾਨੀ ਦਾ ਹੀ ਜਿਹੜਾ ਅੰਦੋਲਨ ਹੈ। ਇਸ ਦੇ ਦੌਰਾਨ ਹੀ ਤੁਸੀਂ ਦੇਖਿਆ ਹੋਊਗਾ ਜਿਸ ਤਰ੍ਹਾਂ ਦੀ ਜਾਣਕਾਰੀ ਜਾਂ ਫੈਲਾਈ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ, ਹਰਿਆਣਾ ਦੇ ਵਿੱਚ ਖੁਦ CM ਮਨੋਹਰ ਲਾਲ ਖੱਟਰ ਦਾ ਜਿਹੜਾ ਹੈਲੀਕਾਪਟਰ ਆ ਨਹੀਂ ਉਤਰਿਆ ਸੀਗਾ। ਉਸ ਵਕਤ ਕੌਣ ਸੀ? ਹਰਿਆਣਾ ਦੀ ਜਿਹੜੀ ਕਿਸਾਨੀ ਹੈ ਉਹ ਵਿਰੋਧ ਕਰ ਰਹੀ ਸੀ, ਤਾਂ ਉੱਥੇ ਵੀ ਕੋਈ ਧਰਮ ਦਾ ਮਸਲਾ ਨਹੀਂ ਸੀਗਾ, ਤਾਂ ਉੱਥੇ ਇੰਨਾ ਮਸਲਾ ਉਠਾਇਆ ਵੀ ਨਹੀਂ ਗਿਆ ਕਿਉਂਕਿ ਉੱਥੇ ਜਿਹੜਾ ਕਿਉਂਕਿ ਪੰਜਾਬ ਮੈਜੋਰਟੀ ਸਿੱਖ ਸਟੇਟ ਹੈ, ਤਾਂ ਇਹ ਸਵਾਲ ਪੰਜਾਬ ਦੇ ਉੱਪਰ ਲਗਾਤਾਰ ਖੜੇ ਕੀਤੇ ਜਾ ਰਹੇ ਨੇ। ਔਰ ਉਸ ਟਾਈਮ ਕਿਉਂ ਨਹੀਂ ਕੀਤੇ ਗਏ? ਕਿਉਂਕਿ ਉਸ ਟਾਈਮ ਜਿਹੜਾ ਕਿਸਾਨ ਹੀ ਸੀਗੇ, ਤਾਂ ਇਸ ਵਕਤ ਵੀ ਜਿਹੜੇ ਕਿਸਾਨ ਹੀ ਸੀਗੇ, ਪਰ ਪੰਜਾਬ ਨਿਰੋਲ ਸਿੱਖ ਸਟੇਟ ਹੋਣ ਦੇ ਕਾਰਨ ਮੈਜੋਰਟੀ ਸਿੱਖ ਸਟੇਟ ਹੋਣ ਦੇ ਕਾਰਨ ਪੰਜਾਬ ਨੂੰ ਇਸ ਤਰ੍ਹਾਂ ਦਾ ਟਾਰਗੇਟ ਕੀਤੇ ਜਾਣਾ ਵੀ ਬੜੀ ਚਿੰਤਾ ਦਾ ਵਿਸ਼ਾ ਔਰ ਬਹੁਤ ਅਫਸੋਸ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਨਫ਼ਰਤ ਦੇਸ਼ ਦੇ ਵਿੱਚ ਕਿਉਂ ਫੈਲਾਈ ਜਾ ਰਹੀ ਹੈ। ਧੰਨਵਾਦ।